ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 19ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਣਾ, ਸਾਰੇ ਅਸੀਸ ਬਖਸ਼ਣਾ ਜੀਓ। ਸਭ ਤੋਂ ਪਹਿਲਾਂ ਆਓ ਉਚਾਰਨ ਵੱਲ ਧਿਆਨ ਦਈਏ। ਅਸੰਖ ਨਾਮ ਅਸੰਖ ਥਾਮ, ਅਗੰਮ ਅਗੰਮ असंख लो, असंख कहे सिर भार होए, अखरी नाम अखरी सालाह, अखरी ज्ञान गीत गुण गाह, अखरी लिखण बोलण बाण, अखरा सिर संजोग वखाण। जिन एह लिखे तिस सिर नाहे, जिव फुरमाए तिव तिव पाहे। जेता कीता तेता नाओ, विण नावै नाही को थाओ। कुदरत कवन कहा विचार, वारिया न जावा एक बार। जो तुद भावै साई भलीकार, तू सदा सलामत निरंकार। सब तो पहले ये जानना जरूरी है कि एक ਕੁਦਰਤ ਦੇ ਬਾਰੇ ਵਿਚਾਰ ਕਰਦੇ ਹਾਂ। ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ 4 ਪੌੜੀਆਂ ਸਾਨੂੰ ਬਖਸ਼ੀਆਂ ਸਨ ਤੇ ਇਹ ਚੌਥੀ ਪੌੜੀ ਹੈ। ਜਿਵੇਂ ਕਿ ਅਸੀਂ ਪੜ੍ਹਿਆ ਇਸ ਤੋਂ ਪਹਿਲੀ ਪੌੜੀ ਵਿੱਚ ਕਿ ਅਸੰਖ ਹੀ ਮੂਰਖ ਹਨ, ਬਹੁਤ ਜ਼ਿਆਦਾ ਵੱਡੇ ਪੱਧਰ ਤੇ। ਪਰ ਇਸ ਵਿੱਚ ਗੁਰੂ ਸਾਹਿਬ ਸਾਨੂੰ ਦੱਸਣਾ ਚਾਹੁੰਦੇ ਆ ਕਿ ਅਸੰਖ ਹੀ ਨਾਮ ਨੇ। ਭਾਵ ਜੇ ਕੁਦਰਤ ਵੱਲ ਝਾਤ ਮਾਰੀਏ ਤੇ ਵੇਖਣ ਨੂੰ ਮਿਲਦਾ ਹੈ ਕਿ ਅਗਰ ਕੋਈ ਇੱਕ ਦਾਇਰੇ ਵਿੱਚ ਸੀਮਿਤ ਹੋਵੇ, ਯਾਨੀ ਕਿ ਉਹਦੀ ਸੋਚ ਜਿਹੜੀ ਆ ਉਹ ਸੀਮਿਤ ਹੋ ਜਾਏ, ਫਿਰ ਉਹ ਕਹਿੰਦਾ ਜੀ ਵਾਹਿਗੁਰੂ ਠੀਕ ਹੈ, ਕੋਈ ਕਹਿੰਦਾ ਜੀ ਅੱਲਾ ਕਹਿਣਾ ਠੀਕ ਹੈ, ਕੋਈ ਕਹਿੰਦਾ ਜੀ ਰਾਮ ਕਹਿਣਾ ਠੀਕ ਹੈ, ਕੋਈ ਕਹਿੰਦਾ ਗੋਡ ਕਹਿਣਾ ਹੀ ਠੀਕ ਹੈ। ਪਰ ਗੁਰੂ ਸਾਹਿਬ ਕਹਿੰਦੇ ਅਸੰਖ ਨਾਮ। ਭਾਵੇਂ ਗੱਲ ਕਰੀਏ ਦੁਨਿਆਵੀ ਤੌਰ ਤੇ ਦੁਨੀਆ ਵਿੱਚ ਵੀ ਕਈ ਤਰੀਕੇ ਦੇ ਨਾਮ ਹਨ। ਕੋਈ ਆਪਣੇ ਨਾਮ ਦੇ ਪਿੱਛੇ ਸਿੰਘ ਲਗਾਉਂਦਾ, ਕੋਈ ਖਾਨ ਲਗਾਉਂਦਾ, ਕੋਈ ਕੁਮਾਰ ਲਗਾਉਂਦਾ। ਤੇ ਇਸ ਕੁਦਰਤ ਵਿੱਚ ਵੀ ਅਸੰਖ ਨਾਮ ਨੇ ਤੇ ਉਹ ਪਰਮਾਤਮਾ ਦੇ ਵੀ ਅਸੰਖ ਹੀ ਨਾਮ ਨੇ। ਕਿਸੇ ਵੀ ਨਾਮ ਦੇ ਨਾਲ ਉਸ ਨੂੰ ਪਿਆਰ ਦੇ ਨਾਲ ਯਾਦ ਕੀਤਾ ਜਾ ਸਕਦਾ ਹੈ। ਭਗਤਾਂ ਨੇ ਬਹੁਤ ਸਾਰੇ ਮਿਸਾਲ ਦੇ ਤੌਰ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਖਸ਼ੇ ਹਨ। ਕਿਸੇ ਨੇ ਗੋਬਿੰਦ ਕਿਹਾ, ਕਿਸੇ ਨੇ ਮਾਧਵ ਕਿਹਾ, ਕਿਸੇ ਨੇ ਕੇਸਵ ਕਿਹਾ, ਕਿਸੇ ਨੇ ਹਰੀ ਕਿਹਾ। ਤੇ ਆਪਣਾ ਆਪਣਾ ਜਿਸ ਨੂੰ ਜੋ ਸੁਭਾਵ ਸਮਝ ਆਇਆ ਉਸ ਪਰਮਾਤਮਾ ਦਾ, ਉਸਨੇ ਉਹੀ ਨਾਮ ਜਪਿਆ। ਇਸ ਲਈ ਕਹਿੰਦੇ ਆ ਕਿ ਅਸਲ ਜਿਹੜਾ ਮਨੋਰਥ ਹੈ ਨਾ, ਉਹ ਵੇਖਿਆ ਜਾਂਦਾ ਹੈ ਕਿ ਬਈ ਭਾਵ ਕੀ ਹੈ, ਇਹਦੇ ਪਿੱਛੇ ਦੀ ਭਾਵਨਾ ਕੀ ਹੈ। ਉਹ ਜਿਹੜੀ ਹੈ ਉਹ ਜ਼ਿਆਦਾ ਮਾਇਨੇ ਰੱਖਦੀ ਹੈ, ਬਜਾਏ ਇਸਦੇ ਕਿ ਅਸੀਂ ਵੇਖੀਏ ਵੀ ਅਸੀਂ ਕੀ ਕਰ ਰਹੇ ਹਾਂ। ਕਰਨ ਨਾਲੋਂ ਵੱਧ ਜ਼ਰੂਰੀ ਕੀ ਹੈ, ਉਹਦਾ ਮਕਸਦ ਕੀ ਹੈ ਪਿੱਛੇ, ਉਹ ਜ਼ਿਆਦਾ ਇੰਪੋਰਟੈਂਟ ਹੈ। ਤੇ ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਕਿ ਅਸੰਖ ਨਾਮ ਨੇ, ਤੂੰ ਅੰਤ ਨਹੀਂ ਪਾ ਪਾਏਗਾ, ਗਿਣਤੀ ਨਹੀਂ ਹੋ ਸਕਦੀ, ਇੰਨੇ ਨਾਮ ਹਨ ਇਸ ਕੁਦਰਤ ਵਿੱਚ। ਤੇ ਅਸੰਖ ਹੀ ਥਾਵ ਨੇ, ਅਸੰਖ ਹੀ ਜਗਾਵਾਂ ਹਨ। ਤੇ ਅਸੀਂ ਖੁਦ ਕਹਿੰਦੇ ਹਾਂ ਵੀ ਹਰ ਕਿਨਕੇ ਵਿੱਚ ਪਰਮਾਤਮਾ ਵਸਿਆ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਮਾਈਂਡ ਵਿੱਚ ਇੱਕ ਗੱਲ ਬਿਠਾ ਲੈਂਦੇ ਹਾਂ ਕਿ ਨਹੀਂ, ਉਹ ਸਥਾਨ 'ਤੇ ਮੈਂ ਜਾਂਦਾ ਵਾਂ ਅਤੇ ਮੇਰਾ ਧਿਆਨ ਜ਼ਿਆਦਾ ਟਿਕਦਾ ਹੈ। ਉਹ ਸਥਾਨ 'ਤੇ ਹੁਣ ਮੈਂ ਕਦੋਂ ਜਾਵਾਂਗਾ। ਹੁਣ ਜਿਵੇਂ ਕਿ ਲੋਕਡਾਊਨ ਚੱਲ ਰਿਹਾ ਹੈ ਅਤੇ ਬੜੇ ਹੋਣਗੇ ਜਿਹੜੇ ਗੁਰਦੁਆਰਾ ਸਾਹਿਬ ਨੂੰ ਮਿਸ ਕਰ ਰਹੇ ਹੋਣਗੇ। ਪਰ ਗੁਰੂ ਸਾਹਿਬ ਕਹਿੰਦੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਹੁਣ ਇਹ ਸੁਰਤ ਦੀ ਗੱਲ ਹੈ ਕਿ ਅਸੀਂ ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ ਕਿਵੇਂ ਤਿਆਰ ਕੀਤਾ ਹੈ। ਜੇ ਸੁਰਤ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਹੈ ਕਿ ਉਹਨੂੰ ਇੱਕ ਪਾਰਟੀਕੂਲਰ ਸਥਾਨ 'ਤੇ ਹੀ ਆਨੰਦ ਆਏ, ਤੇ ਫਿਰ ਉਹਨੂੰ ਉੱਥੇ ਹੀ ਆਏਗਾ। ਜੇ ਉਹਨੂੰ ਇਸ ਤਰੀਕੇ ਨਾਲ ਤਿਆਰ ਕਰਾਂਗੇ ਕਿ ਹਰ ਜਗ੍ਹਾ ਹੀ ਆਨੰਦ ਹੈ, ਕਿਉਂਕਿ ਹਰ ਜਗ੍ਹਾ ਉਸ ਦੀ ਹੋਂਦ ਹੈ, ਤੇ ਫਿਰ ਉਹ ਹਰ ਜਗ੍ਹਾ ਆਨੰਦ ਲੈ ਸਕਦਾ ਹੈ। ਜ਼ਿੰਦਗੀ ਦਾ ਮਕਸਦ ਇਹ ਹੈ ਕਿ ਅਸੀਂ ਪੂਰੀ ਜ਼ਿੰਦਗੀ ਵਿੱਚ ਅਸੀਂ ਆਨੰਦ ਵਿੱਚ ਹੀ ਇਸ ਨੂੰ ਬਤੀਤ ਕਰੀਏ। ਉਹ ਪਰ ਤਾਂ ਹੀ ਹੋ ਪਾਏਗਾ ਜਦ ਅਸੀਂ ਉਹਦੀ ਹੋਂਦ ਨੂੰ ਮਹਿਸੂਸ ਕਰਾਂਗੇ। ਛੋਟਾ ਜਿਹਾ ਐਗਜ਼ਾਮਪਲ ਹੈ, ਕਈ ਵਾਰ ਵੇਖਿਆ ਜਾਂਦਾ ਕਿ ਅਸੀਂ ਗੁਰਦੁਆਰਾ ਸਾਹਿਬ ਜਿਵੇਂ ਹੀ ਵੜਦੇ ਹਾਂ ਤੇ ਸਿਰ ਤੇ ਚੁੰਨੀ ਆ ਜਾਂਦੀ ਹੈ
ਜਿਵੇਂ ਹੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਹਾਂ ਤੇ ਚੁੰਨੀ ਹੋ ਜਾਂਦੀ ਹੈ ਸਿਰ ਤੋਂ ਥੱਲੇ। ਕਹਿਣ ਤੋਂ ਭਾਵ ਕਿਉਂ? ਕਿਉਂਕਿ ਅਸੀਂ ਉਹਦੀ ਹੋਂਦ ਨੂੰ ਸਮਝ ਰਹੇ ਕਿ ਉਹ ਸਿਰਫ ਤੇ ਸਿਰਫ ਗੁਰਦੁਆਰੇ ਵਿੱਚ ਹੈ। ਇਹ ਛੋਟਾ ਜਿਹਾ ਐਗਜ਼ਾਮਪਲ ਹੈ। ਇਸੇ ਤਰੀਕੇ ਨਾਲ ਅਸੀਂ ਇਸ ਤਰੀਕੇ ਨਾਲ ਰਹਿਣ ਦੀ ਕੋਸ਼ਿਸ਼ ਕਰਨੀ ਹੈ, ਆਪਣਾ ਮਾਹੌਲ ਬਣਾਉਣਾ ਕਿ ਗੁਰੂ ਤੇ ਹਰ ਜਗ੍ਹਾ ਹੈ, ਹਰ ਜਗ੍ਹਾ ਮੈਨੂੰ ਵੇਖ ਰਿਹਾ ਹੈ। ਅਗਰ ਮੈਂ ਘੰਟਾ 2 ਘੰਟਾ ਟੀਵੀ ਵਿੱਚ ਲਗਾ ਰਹੀ ਹਾਂ ਜਾਂ ਲਗਾ ਰਿਹਾ ਹਾਂ, ਉਹਦੀ ਬਜਾਏ ਗੁਰੂ ਵੇਖ ਰਿਹਾ ਮੈਨੂੰ ਕਿ ਇਹ ਚਾਹੁੰਦਾ ਤੇ ਅੱਜ ਕੁਝ ਲਾਹਾ ਵੀ ਕੱਢ ਸਕਦਾ ਸੀ, ਕੋਈ ਅਰਥ ਸੁਣ ਸਕਦਾ ਸੀ, ਕੋਈ ਬਾਣੀ ਪੜ੍ਹ ਸਕਦਾ ਸੀਗਾ, ਆਪਣੇ ਨਿਤਨੇਮ ਵਿੱਚ ਵਾਧਾ ਕਰ ਸਕਦਾ ਸੀਗਾ, ਪਰ ਇਸਨੇ ਪ੍ਰੈਫਰੈਂਸ ਦਿੱਤੀ ਟੀਵੀ ਨੂੰ। ਤੇ ਫਿਰ ਇਹ ਗੁਰੂ ਸਾਹਿਬ ਦੇਖ ਰਹੇ ਆ। ਸਮਝਣਾ ਪਏਗਾ ਅਸੰਖ ਥਾਂ, ਯਾਨੀ ਕਿ ਅਜਿਹੇ ਅਣਗਿਣਤ ਹੀ ਥਾਵਾਂ ਨੇ ਜਿੱਥੇ ਪਹੁੰਚਿਆ ਨਹੀਂ ਜਾ ਸਕਦਾ, ਤੇ ਗੁਰੂ ਸਾਹਿਬ ਹਰ ਥਾਂ ਤੇ ਹੈ। ਅਗਮ ਅਗਮ ਅਸੰਖ ਲੋ, ਅਗਮ 2 ਵਾਰ ਕਿਹਾ ਗਿਆ ਗੁਰੂ ਸਾਹਿਬ ਨੇ, ਅਗਮ ਅਗਮ, ਯਾਨੀ ਕਿ ਤਨ ਕਰਕੇ ਤੇ ਮਨ ਕਰਕੇ ਅਸੀਂ ਕਹਿ ਸਕਦੇ ਹਾਂ ਭਾਵ ਅਰਥ ਇਹਦੇ ਕਿ ਅਜਿਹੇ ਅਸੰਖ ਲੋ ਭਾਵ ਉਪਗ੍ਰਹਿ ਜਾਂ ਭਵਨ ਹਨ ਜਿਸ ਤੇ ਪਹੁੰਚਿਆ ਨਹੀਂ ਜਾ ਸਕਦਾ, ਨਾ ਤਨ ਪਹੁੰਚ ਸਕਦਾ ਨਾ ਮਨ ਪਹੁੰਚ ਸਕਦਾ। ਅਗਮ ਦਾ ਜਿਹੜਾ ਭਾਵ ਅਰਥ ਹੈ ਉਹ ਹੈ ਜਿੱਥੇ ਪਹੁੰਚਿਆ ਨਹੀਂ ਜਾ ਸਕਦਾ, ਨਾ ਤਨ ਪਹੁੰਚ ਸਕਦਾ ਨਾ ਮਨ ਪਹੁੰਚ ਸਕਦਾ। ਜਿੱਥੇ ਸਾਡੀ ਜਿਹੜੀ ਸੂਰਤ ਹੈ ਉਸ ਰਾਹੀਂ ਅਸੀਂ ਪਹੁੰਚ ਨਹੀਂ ਕਰ ਸਕਦੇ, ਉਸ ਨੂੰ ਅਗਮ ਕਿਹਾ ਜਾਂਦਾ ਹੈ। ਅਸੰਖ ਕਹਿ ਹੈ ਸਿਰ ਪਾਰ ਹੋਏ। ਅਸੰਖ ਜਿਹੜੇ ਹਨ ਕਹਿ ਹੈ, ਯਾਨੀ ਕਿ ਬਿਆਨ ਦਾ ਯਤਨ ਕਰਦੇ ਹਨ, ਦੱਸਣ ਦਾ ਯਤਨ ਕਰਦੇ ਆ, ਪਰ ਕਿਤੇ ਨਾ ਕਿਤੇ ਉਹ ਕੀ ਕਰ ਰਹੇ ਆ, ਆਪਣੇ ਸਿਰ ਤੇ ਸਿਰਫ ਭਾਰ ਚੱਕ ਰਹੇ ਆ। ਕਿਉਂਕਿ ਜਿਹਨੂੰ ਗਿਣਿਆ ਨਹੀਂ ਜਾ ਸਕਦਾ ਉਹਦੇ ਬਾਰੇ ਬਿਆਨ ਕਰਕੇ ਕੀ ਹੁੰਦਾ ਹੈ, ਉਹਦੇ ਬਾਰੇ ਬਿਆਨ ਕਰਕੇ ਸਿਰਫ ਤੇ ਸਿਰਫ ਸਿਰ ਤੇ ਭਾਰ ਹੀ ਪੈਂਦਾ ਹੈ, ਕਿਉਂਕਿ ਅਸੀਂ ਹਮੇਸ਼ਾ ਝੂਠੇ ਸਾਬਿਤ ਹੋ ਜਾਂਦੇ ਆ, ਅਸੀਂ ਬਿਆਨ ਨਹੀਂ ਕਰ ਪਾਉਂਦੇ। ਅਖਰੀ ਨਾਮ ਅਖਰੀ ਸਾਲਾਹ, ਜਿੱਥੇ ਹੁਣ ਇੰਨੀ ਵੱਡੀ ਕੁਦਰਤ ਹੈ, ਪਰਮਾਤਮਾ ਹੈ, ਸਭ ਕੁਝ ਹੈ, ਪਰ ਇਹ ਸਭ ਦੀ ਪਹਿਚਾਨ ਕਰਨ ਵਾਸਤੇ ਕੀ ਜ਼ਰੂਰੀ ਹੈ? ਅਸੀਂ ਅਗਰ ਝਾਤ ਮਾਰ ਕੇ ਵੇਖੀਏ, ਮੰਨ ਲਵੋ ਕਿ ਜੋ ਬੋਲੀ ਗੁਰੂ ਸਾਹਿਬ ਨੇ ਬਖਸ਼ੀ ਹੈ, ਜੋ ਅੱਖਰ ਬਖਸ਼ੇ ਆ, ਅਗਰ ਇਹ ਵਰਡ ਹੀ ਨਾ ਹੁੰਦੇ ਤੇ ਕੀ ਇਸ ਸਭ ਦਾ ਬਿਆਨ ਜੋ ਅਸੀਂ ਸਿੱਖ ਰਹੇ ਹਾਂ, ਜੋ ਗੱਲਬਾਤ ਕਰ ਰਹੇ ਹਾਂ, ਕੀ ਹੋ ਸਕਦੀ, ਕੀ ਪਹਿਚਾਨ ਹੋ ਸਕਦੀ? ਅੱਜ ਪਹਾੜ ਬੋਲਦੇ ਹੀ ਪਹਾੜ ਦੀ ਫੋਟੋ ਸਾਹਮਣੇ ਆ ਜਾਂਦੀ ਹੈ, ਕਿਉਂਕਿ ਨਾਮ ਰੱਖਿਆ ਗਿਆ ਹੈ। ਸਬਜ਼ੀਆਂ ਦਾ ਕੋਈ ਨਾਮ ਲੈ ਲਓ, ਪਿਆਜ਼ ਲੈ ਲਓ, ਆਲੂ ਲੈ ਲਓ, ਟਮਾਟਰ ਲੈ ਲਓ, ਤੇ ਸਾਰੇ ਅਸੀਂ ਪਹਿਚਾਨ ਕਰ ਸਕਦੇ ਹਾਂ। ਕਿਤਾਬ ਬੋਲਦੇ ਹੀ ਕਿਤਾਬ ਦੀ ਛਵੀ ਸਾਹਮਣੇ ਆ ਜਾਂਦੀ ਹੈ। ਤੇ ਇਸ ਤਰੀਕੇ ਨਾਲ ਇਸ ਕੁਦਰਤ ਵਿੱਚ ਜੇ ਸ਼ਬਦ ਹੀ ਨਾ ਹੁੰਦੇ, ਜੇ ਵਰਡ ਹੀ ਨਾ ਹੁੰਦੇ ਤੇ ਕੁਛ ਨਹੀਂ ਹੋ ਪਾਉਂਦਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿ ਇਹ ਜੋ ਅਖਰੀ ਭਾਵ ਜਿਹੜੇ ਵਰਡ ਹੈ ਨਾ, ਇਹ ਸ਼ਬਦਾਂ ਦੇ ਕਾਰਨ ਹੀ ਸਭ ਕੁਝ ਹੈ। ਗੁਰੂ ਸਾਹਿਬ ਕਹਿੰਦੇ ਅਖਰੀ ਨਾਮ, ਇਹ ਅੱਖਰਾਂ ਕਰਕੇ ਹੀ ਸਾਰੇ ਜਿਹੜੇ ਨਾਮ ਨੇ, ਉਹਦਾ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਜਪਿਆ ਜਾ ਸਕਦਾ ਹੈ। ਅਖਰੀ ਸਾਲਾਹ, ਅਖਰੀ ਅੱਖਰਾਂ ਕਰਕੇ ਹੀ ਉਹਦੀ ਸਿਫਤ ਸਲਾਹ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ, ਅੱਖਰਾਂ ਦੇ ਕਰਕੇ, ਇਹ ਸ਼ਬਦਾਂ ਦੇ ਕਾਰਨ ਹੀ। ਜੋ ਬਾਣੀ ਵੀ ਸਾਨੂੰ ਮਿਲੀ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਅੱਖਰ ਦਾ ਸੁਮੇਲ ਹੈ ਨਾ। ਅਗਰ ਅੱਖਰ ਹੀ ਨਹੀਂ ਹਨ, ਇੱਕ ਵਾਰ ਸੋਚ ਕੇ ਵੇਖੀਏ, ਅਜਿਹਾ ਵੀ ਕਦੀ ਸਮਾਂ ਰਿਹਾ ਹੋਏਗਾ ਜਦ ਕੋਈ ਆਪਸ ਵਿੱਚ ਜਿਵੇਂ ਵਰਡ ਨਹੀਂ ਸੀ, ਬੋਲ ਨਹੀਂ ਸਕਦੇ ਸੀ, ਉਹ ਕਿੰਨਾ ਸਮਾਂ ਔਖਾ ਰਿਹਾ ਹੋਏਗਾ। ਜਾਂ ਹੁਣੇ ਵੀ ਅਸੀਂ ਦੇਖ ਸਕਦੇ ਹਾਂ ਕਿ ਸਿਰਫ ਮਨੁੱਖ ਹੈ। ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਗੁਰੂ ਸਾਹਿਬ ਦਾ ਕਿ ਸਿਰਫ ਮਨੁੱਖ ਅਜਿਹਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਹੈ, ਸਮਰੱਥ ਹੈ ਕਿ ਉਹਨੂੰ ਗੁਰੂ ਸਾਹਿਬ ਨੇ ਇਹ ਦਾਤ ਦਿੱਤੀ ਹੈ। ਇਹ ਬਹੁਤ ਵੱਡੀ ਦਾਤ ਹੈ। ਅਗਰ ਇਹ ਨਾ ਹੁੰਦੀ ਤਾਂ ਕੁਝ ਨਹੀਂ ਹੁੰਦਾ। ਕਿ ਸਾਡੇ ਵਰਗੇ ਜਿਹੜੇ ਹੈਗੇ ਹਨ ਇਹਦਾ ਸਹੀ ਫਾਇਦਾ ਚੱਕਦੇ ਜਾਂ ਨਹੀਂ ਚੱਕਦੇ, ਸਾਨੂੰ ਵੇਖਣਾ ਪਏਗਾ, ਝਾਤ ਮਾਰਨੀ ਪਏਗੀ। ਦੂਜਿਆਂ ਵੱਲ ਕਹਿਣ ਤੋਂ ਭਾਵ ਜਾਨਵਰਾਂ ਵੱਲ, ਜਿਨ੍ਹਾਂ ਕੋਲ ਅੱਖਰ ਨਹੀਂ ਹੈਗੇ। ਜੇ ਅੱਖਰ ਨਹੀਂ ਹੈ ਤੇ ਉਹ ਨਾਮ ਨਹੀਂ ਜਪ ਸਕਦੇ। ਇਹ ਗੁਰੂ ਸਾਹਿਬ ਨੇ ਸਾਨੂੰ ਕਿਰਪਾ ਕੀਤੀ ਹੈ, ਸਾਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਇੱਕ ਵਾਰ ਝਾਤ ਤੇ ਮਾਰ ਕੇ ਵੇਖ, ਆਸ-ਪਾਸ ਦੇ ਜਿਹੜੇ ਜਾਨਵਰ ਆ ਉਹਨਾਂ ਨੂੰ ਕੋਈ ਸੋਝੀ ਨਹੀਂ ਹੈ। ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਹੈ ਕਿਉਂਕਿ ਉਹਨਾਂ ਕੋਲ ਅੱਖਰ ਨਹੀਂ ਹੈ, ਵਰਡ ਨਹੀਂ ਹੈ। ਇਸ ਕਾਰਨ ਉਹ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਪਛੜੇ ਹੋਏ ਜੇ ਮਹਿਸੂਸ ਹੁੰਦੇ ਆ। ਪਰ ਜਿਹੜਾ ਮਨੁੱਖ ਹੈ ਉਹਨੇ ਬਹੁਤ ਤਰੱਕੀ ਕੀਤੀ, ਉਹਦਾ ਇੱਕੋ ਹੀ ਕਾਰਨ ਹੈ ਅੱਖਰ ਨਾ ਹੁੰਦੇ ਇਸ ਕੁਦਰਤ ਵਿੱਚ ਤੇ ਕੁਝ ਨਹੀਂ ਹੋ ਸਕਦਾ ਸੀਗਾ। ਅਖਰੀ ਨਾਮ, ਅਖਰੀ ਕਰਕੇ ਹੀ ਨਾਮ ਜਪਿਆ ਜਾ ਸਕਦਾ ਹੈ। ਅਖਰੀ ਸਾਲਾਹ, ਇਸ ਅੱਖਰਾਂ ਦੇ ਨਾਲ ਹੀ ਉਹਦੀ ਸਿਫਤ ਸਲਾਹ ਹੋ ਰਹੀ ਹੈ। ਅਖਰੀ ਗਿਆਨ ਗੀਤ ਗੁਣ ਗਾਹ, ਅੱਖਰਾਂ ਦੇ ਨਾਲ ਹੀ ਗਿਆਨ, ਗੁਰੂ ਦਾ ਗਿਆਨ ਜਿਹੜਾ ਉਹ ਪ੍ਰਾਪਤ ਹੋ ਸਕਦਾ ਹੈ, ਜਾਂ ਦੁਨਿਆਵੀ ਕੋਈ ਵੀ ਗਿਆਨ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ
ਗੀਤ ਜਿਹੜੇ ਆ, ਗੁਣ ਆ, ਗਾਹ ਗਾਉਣ ਵਾਲੇ, ਸੋਝੀ ਰੱਖਣ ਵਾਲੇ, ਇਹ ਸਾਰੇ ਅੱਖਰਾਂ ਦੇ ਕਾਰਨ ਹੀ ਸਾਨੂੰ ਵੇਖਣ ਨੂੰ ਮਿਲ ਰਹੇ ਆ, ਗਿਆਨ ਮਿਲ ਰਿਹਾ, ਗੀਤ ਜਿਹੜੇ ਮਿਲਦੇ ਆ, ਗਾਣੇ ਤੇ ਗੁਣ, ਉਸ ਪਰਮਾਤਮਾ ਦੇ ਗੁਣ। ਗੀਤ ਇੱਥੇ ਹੁਣ ਉਹ ਦੁਨਿਆਵੀ ਗਾਣੇ ਨਾਲ ਲੈ ਲੈਣਾ, ਕਿਉਂਕਿ ਅਸੀਂ ਲੈ ਸਕਦੇ ਐਗਜ਼ਾਮਪਲ, ਬਾਣੀ ਵਿੱਚ ਵੀ ਕਈ ਵਾਰ ਗੀਤ ਵਰਡ ਆਉਂਦਾ ਹੈ ਕਿ ਨਾਨਕ ਭੋਜਲ ਪਾਰ ਪਰੇ ਜੋ ਗਾਵਹਿ ਪ੍ਰਭ ਕੇ ਗੀਤ। ਤੇ ਗੁਰੂ ਸਾਹਿਬ ਤੇ ਕਿਤੇ ਨਾ ਕਿਤੇ ਬਾਣੀ ਦੇ ਨਾਲ ਹੀ ਸਾਨੂੰ ਜੋੜਨਾ ਚਾਹੁੰਦੇ ਆ, ਤੇ ਅੱਖਰਾਂ ਕਰਕੇ ਹੀ, ਸ਼ਬਦਾਂ ਕਰਕੇ ਹੀ ਗਿਆਨ ਹੈ, ਗੀਤ ਹੈ, ਗੁਣ ਨੂੰ ਗਾਉਣ ਵਾਲੇ ਵੀ ਅੱਖਰਾਂ ਕਰਕੇ ਹੀ ਹਨ, ਅੱਖਰਾਂ ਦੇ ਨਾਲ ਹੀ ਗਾਇਆ ਜਾ ਪਾ ਰਿਹਾ। ਅੱਖਰੀ ਲਿਖਣ ਬੋਲਣ ਬਾਣ, ਜਿੰਨਾ ਵੀ ਲਿਖਣਾ ਹੈ, ਬੋਲਣਾ ਹੈ, ਤੇ ਬਾਣ ਤੋਂ ਭਾਵ ਬੋਲੀ, ਇਹ ਸਭ ਕੁਝ ਅੱਖਰਾਂ ਦੇ ਨਾਲ ਹੀ, ਅੱਖਰਾਂ ਕਰਕੇ ਹੀ ਹੈ। ਅੱਖਰਾਂ ਸਿਰ ਸੰਜੋਗ ਵਖਾਣ, ਜਿੰਨਾ ਵੀ ਸਿਰ ਭਾਵ ਸਾਡੇ ਮੱਥੇ ਦੇ ਸੰਜੋਗ ਭਾਵ ਸੁਮੇਲ, ਚੰਗਾ ਮੇਲ, ਜੋ ਭਾਅ ਕਹਿ ਸਕਦੇ ਹਾਂ, ਇਹਦਾ ਭਾਵ ਅਰਥ ਜੋ ਵੀ ਵਖਾਣ ਤੋਂ ਭਾਵ ਬਿਆਨ ਕੀਤਾ ਜਾ ਰਿਹਾ ਹੈ, ਇਹ ਅੱਖਰਾਂ ਦੇ ਨਾਲ ਹੀ ਹੈ। ਅੱਖਰਾਂ ਦੇ ਨਾਲ ਹੀ ਸਾਨੂੰ ਗੁਰੂ ਸਾਹਿਬ ਦੱਸਦੇ ਆ ਕਿ ਤੂੰ ਚੰਗਾ ਕੰਮ ਕਰੇਗਾ ਤੇ ਤੈਨੂੰ ਚੰਗਾ ਮਿਲੇਗਾ, ਮਾੜਾ ਕੰਮ ਕਰੇਗਾ ਮਾੜਾ ਮਿਲੇਗਾ। ਇਹ ਸਭ ਸ਼ਬਦ ਦੇ ਰੂਪ ਵਿੱਚ ਹੀ ਸਾਨੂੰ ਗੁਰੂ ਸਾਹਿਬ ਦੱਸ ਰਹੇ ਹਨ, ਸੋਝੀ ਬਖਸ਼ ਰਹੇ ਹਨ। ਇਹ ਅੱਖਰਾਂ ਦੇ ਕਾਰਨ ਹੀ ਸਭ ਕੁਝ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਪਰ ਜਿਨਨੇ ਇਹ ਸਭ ਲਿਖਿਆ ਹੈ, ਇਹ ਸਾਰੀ ਕੁਦਰਤ ਦੀ ਰਚਨਾ ਕੀਤੀ ਹੈ, ਤਿਸ ਸਿਰ ਨਾਹੀਂ, ਪਰ ਉਹ ਇਹਦੇ ਵਿੱਚ ਨਹੀਂ ਹੈ। ਕਹਿਣ ਤੋਂ ਭਾਵ ਇਸ ਲੇਖੇ ਵਿੱਚ, ਇਸ ਕੁਦਰਤ ਵਿੱਚ, ਕਹਿਣ ਤੋਂ ਭਾਵ ਅਸੀਂ ਅੱਜ ਹਾਂ ਕੱਲ ਨਹੀਂ ਹੋਵਾਂਗੇ, ਪਰ ਜੋ ਪਰਮਾਤਮਾ ਹੈ ਉਹ ਸਮੇਂ ਤੋਂ ਪਰੇ ਹੈ। ਜਿਵੇਂ ਦੱਸਿਆ, ਤੇ ਉਹ ਜਿਵੇਂ ਤੁਹਾਨੂੰ ਦੱਸਿਆ ਸੀਗਾ, ਪਹਿਲਾਂ ਵੀ ਅਸੀਂ ਵਿਚਾਰ ਕੀਤੀ ਸੀ ਕਿ ਇਸ ਦੁਨੀਆ ਵਿੱਚ ਤਾਂ ਹੈ, ਪਰ ਸਰੀਰ ਰੂਪ ਕਰਕੇ ਨਹੀਂ ਹੈ, ਉਹਦੀ ਹੋਂਦ ਹੈ, ਤੇ ਇਸ ਕਾਰਨ ਉਹ ਇਸ ਲੇਖੇ ਵਿੱਚ ਨਹੀਂ ਹੈ। ਇਸ ਦੁਨੀਆ ਦੇ ਜਿਹੜੇ ਜਨਮ ਮਰਨ ਦਾ ਜਿਹੜਾ ਗੇੜ ਹੈ ਨਾ, ਇਸ ਲੇਖੇ ਜੋਖੇ ਵਿੱਚ ਪਰਮਾਤਮਾ ਨਹੀਂ ਹੈ, ਅਸੀਂ ਸਾਰੇ ਹਾਂ। ਜਿਵ ਫਰਮਾਏ ਤਿਵ ਤਿਵ ਪਾਹੇ, ਫਰਮਾਏ ਭਾਵ ਹੁਕਮ ਦਿੰਦਾ ਹੈ, ਕਿ ਜਿਵੇਂ ਜਿਵੇਂ ਪਰਮਾਤਮਾ ਹੁਕਮ ਦਿੰਦਾ ਹੈ, ਆਰਡਰ ਦਿੰਦਾ ਹੈ, ਆਦੇਸ਼ ਦਿੰਦਾ ਹੈ, ਤਿਵ ਤਿਵ ਪਾਹੇ, ਤਿਵੇਂ ਤਿਵੇਂ ਸਭ ਨੂੰ ਦਾਤਾਵਾਂ ਮਿਲ ਰਹੀਆਂ, ਹਰ ਕਿਸੇ ਨੂੰ ਕੁਛ ਨਾ ਕੁਛ ਪ੍ਰਾਪਤ ਹੋ ਰਿਹਾ ਹੈ। ਜਿਵੇਂ ਸਾਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਬੋਲਣ ਦਾ ਜਿਹੜਾ ਗੁਣ ਹੈ ਉਹ ਮਿਲਿਆ, ਹੁਣ ਇਹ ਸਾਡੇ ਉੱਪਰ ਹੈ। ਹੁਣ ਉਹਨੂੰ ਪੁੱਛ ਕੇ ਵੇਖੋ ਜਿਹਨੂੰ ਗੁਰੂ ਸਾਹਿਬ ਨੇ ਜ਼ਬਾਨ ਨਹੀਂ ਦਿੱਤੀ, ਪੂਰੀ ਜ਼ਿੰਦਗੀ ਉਹ ਬੋਲ ਨਹੀਂ ਸਕਦਾ, ਉਹ ਨਾਮ ਨਹੀਂ ਜਪ ਸਕਦਾ। ਇੱਦਾਂ ਹੀ ਐਗਜ਼ਾਮਪਲ ਜਿਹੜੇ ਹੋਰ ਜਾਨਵਰ ਆ ਜਾਂ ਪੰਛੀ ਆ, ਕੋਈ ਨਾਮ ਨਹੀਂ ਜਪ ਸਕਦੇ, ਸਿਰਫ ਤੇ ਸਿਰਫ ਮਨੁੱਖ ਹੀ ਹੈ, ਇਹੀ ਐਸਾ ਜਾਮਾ ਹੈ ਜਿਸ ਵਿੱਚ ਭਗਤੀ ਕੀਤੀ ਜਾ ਸਕਦੀ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਜਿਵ ਫਰਮਾਏ, ਜਿਵੇਂ ਜਿਵੇਂ ਉਹ ਫਰਮਾ ਰਿਹਾ, ਉਹਦੀ ਮੌਜ ਹੈ ਕਿ ਉਹ ਇੱਕ ਮੌਕਾ ਦੇ ਰਿਹਾ ਸਾਨੂੰ, ਤਿਵ ਤਿਵ ਪਾਹੇ, ਤਿਵੇਂ ਤਿਵੇਂ ਸਭ ਨੂੰ ਪ੍ਰਾਪਤ ਹੋ ਰਿਹਾ, ਦਾਤਾਂ ਪ੍ਰਾਪਤ ਹੋ ਰਹੀਆਂ ਹਨ। ਜੇਤਾ ਕੀਤਾ ਤੇਤਾ ਨਾਉ, ਜਿੰਨਾ ਵੀ ਕੀਤਾ ਗਿਆ ਹੈ, ਜਿੰਨਾ ਵੀ ਪਸਾਰਾ, ਜਿੰਨੀ ਵੀ ਕੁਦਰਤ ਬਣਾਈ ਗਈ ਹੈ, ਤੇਤਾ ਨਾਉ, ਉਹ ਸਿਰਫ ਤੇ ਸਿਰਫ ਕਿੰਨੇ ਬਣਾਈ ਹੈ? ਨਾਉ ਦਾ ਇਹਦਾ ਭਾਵ ਅਰਥ ਹੈ ਕਿ ਉਹ ਪਰਮਾਤਮਾ ਆਪ ਹੀ, ਨਾਉ ਉਹਦਾ ਹੀ ਨਾਉ ਹੈ, ਉਹਦੇ ਨਾਮ ਦੇ ਰਾਹੀਂ ਕਹਿ ਲਓ ਜਾਂ ਉਸ ਪਰਮਾਤਮਾ ਰਾਹੀਂ ਕਹਿ ਲਓ, ਇਹਦੇ ਵੱਖੋ ਵੱਖ ਅਰਥ ਪੜ੍ਹਨ ਨੂੰ ਮਿਲਦੇ ਆ। ਤੇ ਜਿੰਨਾ ਵੀ ਕੁਦਰਤ ਨੇ ਕੀਤਾ ਹੈ, ਜੋ ਵੀ ਪਸਾਰਾ ਕੀਤਾ ਹੈ, ਕਿਤੇ ਨਾ ਕਿਤੇ ਉਹ ਨਾਮ ਉਹਦਾ ਆਧਾਰ ਹੈ, ਨਾਮ ਬਗੈਰ ਕੁਛ ਨਹੀਂ ਹੈ। ਵਿਣ ਨਾਵੈ ਨਾਹੀ ਕੋ ਥਾਉ, ਅਗਲੀ ਤੁਕ ਵਿੱਚ ਹੋਰ ਇਸ ਨੂੰ ਕਲੀਅਰ ਕਰ ਦਿੱਤਾ ਕਿ ਨਾਮ ਤੋਂ ਬਿਨਾ ਕੋਈ ਥਾਮ ਨਹੀਂ ਹੈ। ਇਹ ਗੱਲ ਬਿਲਕੁਲ ਧਿਆਨ ਰੱਖਣੀ ਪਏਗੀ ਕਿ ਨਾਮ ਤੋਂ ਬਿਨਾ ਇਹ ਸੰਸਾਰ ਨਹੀਂ ਹੈ, ਅਜਿਹੀ ਕੋਈ ਥਾਮ ਨਹੀਂ ਜਿੱਥੇ ਉਹ ਨਾਮ ਨਾ ਹੋਏ, ਜਿੱਥੇ ਉਹ ਪਰਮਾਤਮਾ ਨਾ ਹੋਏ। ਇਸ ਲਈ ਇਹ ਮਨਾ ਸਮਝ, ਇਸ ਨੂੰ ਬਾਰ-ਬਾਰ ਸਮਝ ਕਿ ਜੇ ਪਰਮਾਤਮਾ ਹਰ ਜਗ੍ਹਾ ਹੈ ਤੇ ਆਨੰਦ ਵੀ ਹਰ ਜਗ੍ਹਾ ਹੈ। ਤੂੰ ਦੁਖੀ ਨਹੀਂ ਹੋ ਸਕਦਾ, ਤੂੰ ਦੁਖੀ ਤਾਂ ਹੀ ਹੋ ਰਿਹਾ, ਤੂੰ ਇਹ ਤੇ ਯਾਦ ਰੱਖਦਾ ਕਿ ਮੈਂ ਇੱਥੇ ਹਾਂ, ਪਰ ਇਹ ਭੁੱਲ ਜਾਂਦਾ ਕਿ ਪਰਮਾਤਮਾ ਵੀ ਇੱਥੇ ਹੀ ਹੈ। ਪਰਮਾਤਮਾ ਤੇਰੇ ਤੋਂ ਵੱਖ ਨਹੀਂ ਹੈ, ਤੂੰ ਉਹਦੀ ਅੰਸ਼ ਹੀ ਹੈ। ਤੂੰ ਇੱਕ ਅਜਿਹੀ ਮੱਛੀ ਹੈ ਜੋ ਉਹ ਸਮੁੰਦਰ ਵਿੱਚ ਹੀ ਤੇਰਾ ਜੀਵਨ ਹੈ, ਸਮੁੰਦਰ ਤੋਂ ਬਾਹਰ ਨਹੀਂ ਜਾ ਸਕਦੀ। ਤੇ ਵਿਣ ਨਾਮ ਹੈ ਨਾ ਹੀ ਖੋ ਥਾਉ, ਪਰਮਾਤਮਾ ਤੋਂ ਬਾਹਰ ਕੁਝ ਨਹੀਂ ਹੈ, ਕੋਈ ਥਾਂ ਨਹੀਂ ਹੈ। ਮਤਾ ਭੁਲੇਖਾ ਕਰ ਲੈ ਕਿ ਮੈਨੂੰ ਪਰਮਾਤਮਾ ਨਹੀਂ ਵੇਖਦਾ ਪਿਆ, ਪਰਮਾਤਮਾ ਹਰ ਜਗ੍ਹਾ ਹੈ। ਬਸ ਇਹ ਛੋਟੀ ਜਿਹੀ ਗੱਲ ਜਿਸ ਦਿਨ ਸਮਝ ਲਵਾਂਗੇ ਨਾ, ਹਰ ਕਿਸੇ ਵਿੱਚ ਪਰਮਾਤਮਾ ਹੈ, ਹਰ ਜਗ੍ਹਾ ਪਰਮਾਤਮਾ ਹੈ, ਤੇ ਮੈਨੂੰ ਲੱਗਦਾ ਹੈ ਕਿ ਜਿਹਨੂੰ ਇਹ ਗੱਲ ਸਮਝ ਆ ਗਈ, ਉਹ ਕਦੇ ਵੀ ਨਾ ਕਿਸੇ ਦਾ ਬੁਰਾ ਸੋਚ ਹੀ ਨਹੀਂ ਸਕਦਾ, ਬੁਰਾ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਹਰ ਜਗ੍ਹਾ ਪਰਮਾਤਮਾ ਨਜ਼ਰ ਆ ਰਿਹਾ ਹੈ। ਅਗਰ ਉਹ ਕਰੇਗਾ ਕਿਹਦੇ ਨਾਲ ਕਰੇਗਾ? ਪਰਮਾਤਮਾ ਦੇ ਨਾਲ।
ਅਗਰ ਉਹਨੂੰ ਇਹ ਪਤਾ ਲੱਗ ਗਿਆ ਹਰ ਜਗ੍ਹਾ ਪਰਮਾਤਮਾ, ਬਈ ਪਰਮਾਤਮਾ ਉਹਨੂੰ ਵੇਖ ਰਿਹਾ ਤੇ ਉਹ ਗਲਤ ਕਰ ਹੀ ਨਹੀਂ ਸਕਦਾ। ਛੋਟਾ ਜਿਹਾ ਪ੍ਰੈਕਟੀਕਲ ਐਗਜ਼ਾਮਪਲ, ਅਸੀਂ ਘਰ ਬੈਠੇ ਆ, ਅਸੀਂ ਘਰ ਮੰਨ ਲਵੋ ਕੋਈ ਥੋੜਾ ਜਿਹਾ ਨਾਮ ਜਪਣ ਵਾਲਾ ਕੋਈ ਵੀ ਐਸੀ ਰੂਹ ਸਾਡੇ ਘਰ ਆ ਜਾਏ, ਉਹ ਕਹੇ ਅਸੀਂ ਬਈ ਤੁਹਾਡੇ ਘਰ ਰਹਿਣਾ, ਤੇ ਉਸ ਟਾਈਮ ਮੰਨ ਲਓ ਘੰਟਾ 2 ਘੰਟਾ ਸਾਡਾ ਕਿੱਦਾਂ ਘਰ ਦਾ ਮਾਹੌਲ ਬਦਲ ਜਾਂਦਾ ਹੈ। ਕਹਿਣ ਤੋਂ ਭਾਵ ਭਾਵੇਂ ਦਿਖਾਵੇ ਮਾਤਰ ਕਿਉਂ ਨਾ ਹੋਵੇ, ਪਰ ਮੰਨ ਲਵੋ ਕੋਈ ਬੈਠਾ ਤੁਹਾਡੇ ਸਾਹਮਣੇ ਤੇ ਅਸੀਂ ਕਈ ਵਾਰ ਕੋਈ ਸੀਰੀਅਲ ਸਾਡਾ ਫੇਵਰੇਟ ਵੀ ਆ ਰਿਹਾ ਹੋਏਗਾ ਨਾ, ਅਸੀਂ ਮਿਸ ਕਰ ਦਾਂਗੇ, ਨਹੀਂ ਯਾਰ ਬਈ ਉਹ ਗੁਰਸਿੱਖ ਕੀ ਕਹੇਗਾ ਕਿ ਇਹ ਤੇ ਟੀਵੀ ਦੇਖਦੇ ਨੇ, ਤੇ ਮਤਲਬ ਅਸੀਂ ਉਸ ਵੇਲੇ ਫਟਾਫਟ ਬੰਦੀ ਵਿੱਚ ਪੈ ਜਾਂਦੇ ਹਾਂ ਕਿ ਬਈ ਬੰਧਨ ਵਿੱਚ ਪੈ ਜਾਂਦੇ ਹਾਂ ਕਿ ਹਾਂ ਨਹੀਂ ਬਈ ਚੰਗਾ ਨਹੀਂ ਲੱਗੇਗਾ। ਪਰ ਕੀ ਜੋ ਪਰਮਾਤਮਾ ਅਗਰ ਹਰ ਜਗ੍ਹਾ ਹਰ ਟਾਈਮ ਸਾਨੂੰ ਵੇਖ ਰਿਹਾ ਹੈ, ਤੇ ਕੀ ਇਹ ਮਹਿਸੂਸ ਕਰਦੇ ਹੋਏ ਜਦ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਾਂਗੇ, ਤੇ ਫਿਰ ਜਦੋਂ ਅਸੀਂ ਫਾਲਤੂ ਕਰਮਾਂ ਵਿੱਚ ਆਪਣਾ ਜੋ ਟਾਈਮ ਬਰਬਾਦ ਕਰਦੇ ਕਿ ਉਹਨਾਂ ਨੂੰ ਚੰਗਾ ਲੱਗਦਾ ਹੋਏਗਾ? ਬਿਲਕੁਲ ਜਵਾਬ ਤੁਹਾਨੂੰ ਮਿਲ ਗਿਆ, ਮੈਨੂੰ ਕਹਿਣ ਦੀ ਲੋੜ ਨਹੀਂ। ਤੇ ਥੋੜਾ ਪ੍ਰੈਕਟੀਕਲ ਹੋ ਕੇ ਉਹਦੀ ਹੋਂਦ ਨੂੰ ਮਹਿਸੂਸ ਕਰਕੇ ਜ਼ਿੰਦਗੀ ਜੀਵਾਂਗੇ ਨਾ, ਤੇ ਉਹ ਅਲੱਗ ਹੀ ਆਨੰਦਮਈ ਬਣੇਗੀ। ਤਾਂ ਹੀ ਬਣੇਗੀ ਨਾ, ਕਰਨ ਦੇ ਨਾਲ ਹੀ ਬਣੇਗੀ। ਪ੍ਰੈਕਟੀਕਲ ਹੈ, ਥੋੜਾ ਜਿਹਾ ਸਮਝ ਕੇ ਦੇਖੀਏ, ਜੇ ਪਰਮਾਤਮਾ ਹਰ ਜਗ੍ਹਾ ਹੈ, ਸਾਨੂੰ ਵੇਖ ਰਿਹਾ, ਉਸ ਹਿਸਾਬ ਦੇ ਨਾਲ ਕਿ ਸਾਡੇ ਕਰਮ ਹਨ, ਜੇ ਨਹੀਂ ਹਨ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ? ਉਹ ਅਸੀਂ ਫਿਰ ਆਪ ਹੀ ਆ, ਕਿਉਂਕਿ ਅਸੀਂ ਆਪ ਹੀ ਉਹਨੂੰ ਭੁਲਾ ਲਿਆ। ਤੇ ਜਦ ਵੀ ਪਰਮਾਤਮਾ ਭੁੱਲਦਾ ਹੈ ਤੇ ਕਿਤੇ ਨਾ ਕਿਤੇ ਅਸੀਂ ਤਾਂ ਹੀ ਰੋਗ ਤੋਂ ਗ੍ਰਸਤ ਹੁੰਦੇ ਹਾਂ। ਪਰਮਾਤਮਾ ਚੇਤੇ ਹੈ ਤੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਪਰਮਾਤਮਾ ਚੇਤੇ ਨਹੀਂ ਹੈ ਤੇ ਦੁੱਖ ਹੀ ਦੁੱਖ ਹੈ। ਇਹ ਮਨੁੱਖ ਦਾ ਫੈਸਲਾ ਹੈ ਨਾ ਕਿ ਉਹਨੇ ਕੀ ਕਰਨਾ, ਚੇਤੇ ਰੱਖਣਾ ਜਾਂ ਨਹੀਂ ਰੱਖਣਾ, ਉਹਦਾ ਆਪਣਾ ਫੈਸਲਾ ਹੈ। ਕੁਦਰਤ ਕਵਣ ਕਹਾ ਵਿਚਾਰ, ਇਸ ਕੁਦਰਤ ਨੂੰ ਕਵਣ ਕਿਵੇਂ, ਕੌਣ, ਕਹਾ ਵਿਚਾਰ, ਵਿਚਾਰ ਕਰ ਸਕਦਾ ਹੈ, ਬਿਆਨ ਕਰ ਸਕਦਾ ਹੈ। ਵਾਰਿਆ ਨਾ ਜਾਵਾ ਏਕ ਵਾਰ, ਇੱਕ ਵਾਰ ਵੀ ਉਸ ਤੋਂ ਵਾਰਿਆ ਜਾਣਾ, ਬਲਿਹਾਰੇ ਜਾਣਾ ਮੁਮਕਿਨ ਨਹੀਂ ਜਾਪਦਾ। ਉਹਦੀ ਕੁਦਰਤੀ ਬੇਅੰਤ ਹੈ, ਉਹਦੇ ਸਾਹਮਣੇ ਸਿਰਫ ਤੇ ਸਿਰਫ ਸਮਰਪਣ ਹੋ ਸਕਦਾ ਹੈ, ਦਾਵਾ ਨਹੀਂ ਕੀਤਾ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਵੀ ਤੁਹਾਨੂੰ ਭਾਉਂਦਾ ਹੈ ਸੱਚੇ ਪਿਤਾ ਜੀ, ਉਹੀ ਗੱਲ ਅਸਲ ਵਿੱਚ ਚੰਗੀ ਹੈ, ਉਹੀ ਕੰਮ ਅਸਲ ਵਿੱਚ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਸੱਚੇ ਪਿਤਾ ਤੂੰ ਹਮੇਸ਼ਾ ਲਈ ਸਲਾਮਤ ਹੈ, ਕਹਿਣ ਤੋਂ ਭਾਵ ਅਟਲ ਹੈ, ਨਿਰੰਕਾਰ ਹੈ, ਕਹਿਣ ਤੋਂ ਭਾਵ ਜਿਹਦਾ ਕੋਈ ਆਕਾਰ ਨਹੀਂ ਹੈ। ਬਾਣੀ ਦੀ ਵਿਚਾਰ ਕਰਦੇ ਹਾਂ, ਅਨੇਕ ਪ੍ਰਕਾਰ ਦੀਆਂ ਗਲਤੀਆਂ ਟੁੱਟੀਆਂ ਹੋ ਗਈਆਂ ਹਨ। ਸੱਚੇ ਪਿਤਾ ਬਖਸ਼ਣਹਾਰ ਹੈ, ਸੰਗਤ ਬਖਸ਼ਣਹਾਰ ਹੈ। ਅਸੀਸ ਦੇਣਾ ਜੀ, ਆਪ ਜੀ ਦੀ ਸੇਵਾ ਕਰਦੇ ਰਹੀਏ, ਗੁਰੂ ਸਾਹਿਬ ਸੇਵਾ ਲੈਂਦੇ ਰਹਿਣ। ਹਮੇਸ਼ਾ ਦੀ ਤਰ੍ਹਾਂ ਬੇਨਤੀ ਕਿ ਅਗਰ ਆਪ ਜੀ ਦਾ ਕੋਈ ਸਵਾਲ ਹੈ ਤੇ ਆਪ ਜੀ ਕਮੈਂਟ ਬਾਕਸ 'ਤੇ ਲਿਖ ਸਕਦੇ ਹੋ ਜੀ। ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਸਕਦੇ ਹੋ ਜੀ, ਤਾਂ ਕਿ ਆਪ ਜੀ ਕੋ ਸਮੇਂ ਸੇ ਨੋਟੀਫਿਕੇਸ਼ਨ ਆਉਂਦਾ ਰਹੇ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਆਪਣਾ ਬਣਦਾ ਫਰਜ਼ ਨਿਭਾ ਦਿਆ ਕਰੋ ਜੀ। ਜਿਨ੍ਹਾਂ ਨੂੰ ਕੋਈ ਗੱਲ ਚੰਗੀ ਨਾ ਲੱਗੇ ਉਹ ਵੀ ਜ਼ਰੂਰ ਕਮੈਂਟ ਬਾਕਸ 'ਤੇ ਦੱਸਿਆ ਕਰੋ ਜੀ, ਉਹ ਬਿਲਕੁਲ ਜ਼ਰੂਰੀ ਹੈ। ਅਜਿਹੇ ਮਨੁੱਖਾਂ ਦੀ ਵੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਅਸਲ ਸਿਖਾਉਂਦੇ ਉਹੀ ਆ। ਸਿਰਫ ਵਾਹ ਕਰਨ ਵਾਲੇ ਇਸ ਦੁਨੀਆ ਵਿੱਚ ਬਥੇਰੇ ਮਿਲ ਜਾਂਦੇ ਆ, ਪਰ ਦੱਸਣ ਵਾਲੇ ਉਹੀ ਆ। ਸੱਚ ਜਿਹੜਾ ਨਾ, ਕਹਿੰਦੇ ਕਿ ਚੰਗੇ ਨੂੰ ਚੰਗਾ ਕਹਿਣਾ, ਸੱਚ ਬੋਲਿਆ, ਇਹ ਹਰ ਕੋਈ ਬੋਲਦਾ ਹੈ ਚੰਗੇ ਨੂੰ ਚੰਗਾ, ਪਰ ਮਾੜੇ ਨੂੰ ਮਾੜਾ ਕਹਿਣ ਵੇਲੇ ਅਸਲੀ ਪ੍ਰੀਖਿਆ ਹੁੰਦੀ ਹੈ। ਉਹਦੇ ਮੂੰਹ 'ਤੇ ਮਾੜਾ ਕਹਿ ਦੇਣਾ, ਇਹ ਬੜੇ ਘੱਟ ਬੋਲਦੇ ਆ। ਤੇ ਅਜਿਹੇ ਵੀ ਚਾਹੀਦੇ ਆ। ਜੇ ਸਾਡੇ ਵਿੱਚ ਕੋਈ ਤੁਹਾਨੂੰ ਕਮੀ ਪੇਸ਼ੀ ਨਜ਼ਰ ਆਉਂਦੀ, ਜ਼ਰੂਰ ਦੱਸੋ, ਤਾਂ ਕਿ ਉਸ ਨੂੰ ਸੁਧਾਰ ਕਰਕੇ ਅਸੀਂ ਅਗਲੀ ਵਾਰ ਤੁਹਾਡੇ ਸਨਮੁਖ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।